ਮੁਗਲਿਆ ਤਵਾਰੀਖ ਵਿੱਚ ਦੋ ਟੋਡਰਮਲ ਹੋਏ ਨੇ। ਇੱਕ ਟੋਡਰਮਲ ਬਾਦਸ਼ਾਹ ਅਕਬਰ ਦਾ ਵਜ਼ੀਰ ਸੀ। ਉਸ ਦੀ ਮੌਤ 8 ਨਵੰਬਰ 1599 ਦੇ ਦਿਨ ਹੋਈ। ਦੂਜਾ ਟੋਡਰਮਲ ਸ਼ਾਹਜਹਾਨ ਦੇ ਜ਼ਮਾਨੇ ਵਿੱਚ ਹੋਇਆ। ਇਸ ਨੂੰ ਟੋਡਰਮਲ ਸ਼ਾਹਜਹਾਨੀ ਵੀ ਕਿਹਾ ਜਾਂਦਾ। 1648 ਵਿੱਚ ਇਸ ਨੂੰ 2000 ਘੋੜਸਵਾਰ ਅਤੇ 4000 ਪੈਦਲ ਫੌਜ ਰੱਖਣ ਦਾ ਹੱਕ ਸੀ। ਇਸ ਨੂੰ ਰਾਜਾ ਦਾ ਖਿਤਾਬ ਵੀ ਮਿਲਿਆ, ਜੋ ਕਿ ਮੁਗਲਿਆ ਤਵਾਰੀਖ ਵਿੱਚ ਬਹੁਤ ਘੱਟ ਗੈਰ ਮੁਸਲਮਾਨਾਂ ਨੂੰ ਮਿਲਿਆ, ਜਿਨ੍ਹਾਂ 'ਚੋਂ ਟੋਡਰਮਲ ਇੱਕ ਸੀ। 1650 ਵਿੱਚ ਇਸ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਸਗੋਂ ਦੀਪਾਲਪੁਰ, ਜਲੰਧਰ ਅਤੇ ਸੁਲਤਾਨਪੁਰ ਦੇ ਸੂਬੇ ਸਨ। ਇਹਨਾਂ ਦੀ ਆਮਦਨ 'ਚੋਂ 50 ਲੱਖ ਟਕੇ ਸਾਲਾਨਾ ਉਸ ਨੂੰ ਆਪਣੇ ਵਾਸਤੇ ਮਿਲਦੇ ਸਨ। ਉਹ ਜਿਸ ਮਹਿਲ ਵਿੱਚ ਰਹਿੰਦਾ ਸੀ ਉਸ ਨੂੰ ਜਹਾਜ਼ੀ ਹਵੇਲੀ ਕਹਿੰਦੇ ਸਨ, ਕਿਉਂਕਿ ਉਸ ਦੀ ਸ਼ਕਲ ਸਮੁੰਦਰੀ ਜਹਾਜ਼ ਵਰਗੀ ਸੀ। ਜਿਹੜਾ ਉਹ ਹਵੇਲੀ ਦਾ ਜੀ ਉਹ ਵਿਚਾਲੇ ਗੇਟ ਹੁੰਦਾ ਸੀ, ਜਿਵੇਂ ਇੱਥੇ ਪੁਰਾਤਨ ਮਤਲਬ ਨਾਲ ਵਸਣ ਵਾਲੇ ਦੱਸਦੇ ਨੇ ਜੀ, ਉਹ ਬੜਾ ਗੇਟ ਹੁੰਦਾ ਸੀ। ਇਹ ਦੋਹੇ ਪਾਸਿਓਂ ਉੱਚੀ ਬਣੀ ਹੋਈ ਸੀ ਜੀ ਹਵੇਲੀ। ਉਹ ਪਰਲੇ ਪਾਸੇ ਅਤੇ ਇੱਧਰਲੇ ਪਾਸੇ ਸੇਮ ਬਣਿਆ ਹੋਇਆ ਸੀਗਾ ਜੀ। ਅਤੇ ਉਹ ਮੇਨ ਗੇਟ ਸੀ, ਉਹ ਗੇਟ ਦੇ ਸਾਹਮਣੇ ਇੱਕ ਤਲਾਅ ਬਣਿਆ ਹੋਇਆ ਸੀਗਾ ਜੀ। ਅਤੇ ਇਹਦੇ ਵਿੱਚ ਸੁੰਦਰ ਕੰਧ ਚਿੱਤਰ ਬਣੇ ਹੋਏ ਸੀ, ਜੋ ਮਤਲਬ ਉਸ ਸਮੇਂ ਮੁਗਲ ਕਾਲ ਦੀ ਕਲਾ ਦਾ ਇੱਕ ਅਦਭੁਤ ਨਮੂਨਾ ਹੈ ਜੀ। ਮੇਰਾ ਖਿਆਲ ਹੈ ਹੁਣ ਸਰਹੰਦ ਵਿੱਚ ਹੋਰ ਕੋਈ ਹਵੇਲੀ ਨਹੀਂ ਬਚੀ ਜੀ ਜਿਹੜੀ ਮੁਗਲ ਕਾਲ ਦੀ ਬਚੀ ਹੋਵੇ। ਤਾਂ ਇਹ ਇੱਕੋ ਇੱਕ ਰਹਿਸ਼ੀ ਹਵੇਲੀ ਹੈ ਜੀ, ਜਿਹਦੇ ਵਿੱਚ ਆਪਾਂ ਮੁਗਲ ਕਾਲ ਦੀ ਮਤਲਬ ਇਮਾਰਤ ਕਲਾ ਦਾ ਆਪਾਂ ਨਮੂਨਾ ਦੇਖ ਸਕਦੇ ਹਾਂ ਜੀ। ਉਹ ਇਮਾਰਤ ਦਾ ਜੋ ਖੰਡਰ ਜਿੰਨਾ ਬਚਿਆ ਹੋਇਆ ਹੈ, ਇਹ ਸਰਟਨਲੀ 17ਵੀਂ ਸਦੀ ਦਾ ਹੈ। ਜੋ ਇਹਦੇ ਆਰਕੀਟੈਕਚਰਲ ਸਟਾਈਲ ਹੈਗਾ ਉਸ ਤੋਂ ਸਾਰੇ ਤੋਂ ਪਤਾ ਲੱਗਦਾ। ਉਹ ਤਾਂ ਬਹੁਤਾ ਬਚਿਆ ਹੀ ਨਹੀਂ ਹੋਇਆ, ਲੇਕਿਨ ਫਿਰ ਵੀ ਇਹਦੀ ਡਾਟਾਂ ਦੀ ਜਿਹੜੀ ਸ਼ੇਪ ਹੈ ਉਸ ਤੋਂ ਇਹ ਹੈ ਕਿ ਇਹ 17ਵੀਂ ਸਦੀ ਦਾ ਹੈਗਾ, ਮਤਲਬ ਔਰੰਗਜ਼ੇਬ ਦੇ ਪੀਰੀਅਡ ਦਾ ਹੀ ਹੈ। ਉਹਨਾਂ ਸਮਿਆਂ 'ਚ ਜਦੋਂ ਸਰਹੰਦ ਮਨੁੱਖਤਾ ਦੇ ਗੱਦਾਰਾਂ ਦਾ ਗੜ੍ਹ ਬਣਿਆ ਹੋਇਆ ਸੀ, ਦੀਵਾਨ ਟੋਡਰਮਲ ਦੇ ਪਰਿਵਾਰ ਨੇ ਇਨਸਾਨੀਅਤ ਦੇ ਜਿਹੇ ਝੰਡੇ ਝੁਲਾਏ ਕਿ ਕਈ ਸਦੀਆਂ ਬੀਤਣ ਤੋਂ ਬਾਅਦ ਵੀ ਉਹਨਾਂ ਨੂੰ ਸਲਾਮੀਆਂ ਹੋ ਰਹੀਆਂ ਨੇ। ਸਿੱਖ ਰਵਾਇਤਾਂ ਅਨੁਸਾਰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਦੀਵਾਨ ਟੋਡਰਮਲ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ, ਸ਼ਾਇਦ ਇਤਿਹਾਸ ਨੂੰ ਇਹ ਦੱਸਣ ਲਈ ਕਿ ਸੱਚ ਦੇ ਸੂਰਜ ਨੂੰ ਡੁੱਬਣ ਤੋਂ ਬਚਾਉਣ ਲਈ ਜਿਨ੍ਹਾਂ ਨੇ ਆਪਣੀ ਛਾਤੀ 'ਚ ਖੰਜਰ ਖਾਧੇ, ਉਹਨਾਂ ਮਾਸੂਮਾਂ ਦੀ ਸ਼ਹਾਦਤ ਨੂੰ ਸਜਦਾ ਕਰਨ ਲਈ ਕੁੱਲ ਦੁਨੀਆ ਦੀ ਦੌਲਤ ਵੀ ਥੋੜ੍ਹੀ ਹੈ। ਹਾਕਮ ਨੇ ਸ਼ਰਤ ਇੱਦਾਂ ਦੀ ਰੱਖੀ ਕਿ ਹੋਰ ਦਹਿਸ਼ਤ ਪਵੇ, ਸੰਸਕਾਰ ਨਾ ਹੋ ਸਕੇ। ਉਹ ਕਹਿੰਦਾ ਧਰਤੀ ਦਾ ਟੁਕੜਾ ਖਰੀਦਣ ਲਈ ਸੋਨੇ ਦੀਆਂ ਅਸ਼ਰਫੀਆਂ ਖੜੀਆਂ ਕਰਕੇ ਧਰਤੀ ਨੂੰ ਢੱਕੋ, ਉਹਨਾਂ ਜਗ੍ਹਾ ਮਿਲੇਗੀ। ਧੰਨ ਦੀਵਾਨ ਟੋਡਰਮਲ ਜਿਹਨੇ ਆਪਣੀ ਸਾਰੀ ਸੰਪਤੀ ਝੋਕ ਕੇ ਉਹ ਟੁਕੜਾ ਜੋਤੀ ਸਰੂਪ ਸਾਹਿਬ ਖਰੀਦਿਆ। ਇੱਕੋ ਹੀ ਚਿਖਾ 'ਤੇ ਤਿੰਨੋਂ ਸਰੀਰਾਂ ਦਾ ਸੰਸਕਾਰ ਹੋਇਆ। ਦੀਵਾਨ ਟੋਡਰਮਲ ਜੀ ਦਾ ਵਿਸ਼ੇਸ਼ ਨਾਂ ਹੈ ਕਿਉਂਕਿ ਉਹਨਾਂ ਨੇ ਜੋ ਵੱਡਾ ਤਿਆਗ ਅਤੇ ਕੁਰਬਾਨੀ ਕੀਤੀ, ਉਸ ਨਾਲ ਸਿੱਖ ਇਤਿਹਾਸ ਵਿੱਚ ਉਹਨਾਂ ਦਾ ਨਾਂ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ। ਦੀਵਾਨ ਟੋਡਰਮਲ ਬੰਨੂ ਪੇਸ਼ਾਵਰ ਦੇ ਰਹਿਣ ਵਾਲੇ ਸਨ। ਜਦੋਂ ਉਹ ਸਰਹੰਦ ਆ ਕੇ ਰਹਿਣ ਲੱਗੇ ਤਾਂ ਉਸ ਸਮੇਂ ਸਰਹੰਦ ਵਪਾਰ ਦਾ ਬਹੁਤ ਵੱਡਾ ਘਰ ਸੀ। ਉਸ ਸਮੇਂ ਸਰਹੰਦ ਦੀ ਸ਼ਾਨ ਅੱਜ ਦੀ ਦਿੱਲੀ ਵਰਗੀ ਸੀ, ਜਿੱਥੇ ਹਵੇਲੀਆਂ ਬਣਾ ਕੇ ਰਹਿਣ ਵਿੱਚ ਲੋਕ ਮਾਣ ਮਹਿਸੂਸ ਕਰਦੇ ਸਨ। ਉਸ ਸਮੇਂ ਹੀ ਉਹਨਾਂ ਨੇ ਇੱਥੇ ਆਪਣੀ ਸ਼ਾਨਦਾਰ ਜਹਾਜ਼ੀ ਹਵੇਲੀ ਬਣਾਈ, ਜਿਸ ਦੇ ਝਲਕਾਰੇ ਵੇਖਣ ਵਾਲੇ ਨੂੰ ਦੂਰ ਤੋਂ ਹੀ ਉੱਚਾ ਬੁਰਜ ਲਾਹੌਰ ਦਾ ਦੇ ਭੁਲੇਖੇ ਪਾਉਂਦੇ ਸਨ। ਤਾਂ ਟੋਡਰਮਲ ਇੱਥੇ ਸਰਹੰਦ ਵਿੱਚ ਆ ਕੇ ਰਹਿਣ ਲੱਗੇ ਜੀ। ਉਹਨਾਂ ਨੇ ਇੱਥੇ ਕੰਮਕਾਰ ਉਹਨਾਂ ਦਾ ਬਹੁਤ ਵਧੀਆ ਚੱਲਿਆ ਜੀ, ਕਿਉਂਕਿ ਵਪਾਰਕ ਸ਼ਹਿਰ ਸੀ, ਇਸ ਲਈ ਉਹਨਾਂ ਦਾ ਕੰਮ ਚੰਗਾ ਚੱਲਿਆ। ਤਾਂ ਉਹਨਾਂ ਨੇ ਇਸ ਜਗ੍ਹਾ ਆਹ ਹਵੇਲੀ ਬਣਾਈ ਜੀ, ਜਿਸ ਨੂੰ ਜਹਾਜ਼ੀ ਹਵੇਲੀ ਕਿਹਾ ਜਾਂਦਾ ਜੀ। ਇਹ ਹਵੇਲੀ ਦਾ ਉਹ ਇੱਕ ਪਾਸਾ ਖੜ੍ਹਾ ਹੈ ਜੀ, ਦੂਆ ਪਾਸਾ ਹੁਣ ਢਹਿ ਚੁੱਕਿਆ ਹੈ ਜੀ। ਉਹ ਦੋਹੇ ਪਾਸੇ ਉੱਚੇ ਸਨ ਅਤੇ ਵਿਚਾਲਿਓਂ ਨੀਵੀਂ ਸੀ, ਇਸ ਲਈ ਇਸ ਨੂੰ ਇਹ ਮੰਨਿਆ ਜਾਂਦਾ ਸੀ ਇਹ ਜਹਾਜ਼ ਦੀ ਸ਼ੇਪ ਦੀ ਸੀਗੀ, ਸਮੁੰਦਰੀ ਜਹਾਜ਼ ਵਾਂਗ। ਸਰਹੰਦ ਦੇ ਵਿੱਚ ਪੰਜਾਬ ਦਾ ਸਰਹੰਦ ਹੀ ਇਹੋ ਜਿਹਾ ਸ਼ਹਿਰ ਹੈ ਵੀ ਜਿੱਥੇ ਮੈਕਸੀਮਮ ਇਮਾਰਤਾਂ ਬਚੀਆਂ ਹੋਈਆਂ। ਸਰਹੰਦ ਅਸਲ ਦੇ ਵਿੱਚ ਜਿਹੜੀ ਦਿੱਲੀ ਤੋਂ ਲਾਹੌਰ ਸੜਕ ਜਾਂਦੀ ਸੀ, ਉਸ ਦੇ ਬਿਲਕੁਲ ਵਿਚਾਲੇ ਸੀ ਇਹ। ਤਕਰੀਬਨ 250 ਕਿਲੋਮੀਟਰ ਉੱਥੋਂ ਦਿੱਲੀ ਹੈ ਅਤੇ 250 ਹੀ ਲਾਹੌਰ ਹੈ। ਤਾਂ ਵਿਚਾਲੇ ਹੋਣ ਕਰਕੇ ਇਹ ਸ਼ਹਿਰ ਬਹੁਤ ਮਤਲਬ ਪ੍ਰੋਮੀਨੈਂਟ ਸ਼ਹਿਰ ਸੀਗਾ। ਮੁਗਲ ਬਾਦਸ਼ਾਹ ਇੱਥੇ ਆਉਂਦੇ ਸੀ, ਲੰਘਦੇ ਸੀ, ਇੱਥੇ ਠਹਿਰਦੇ ਸੀ। ਸਾਡੇ ਕੋਲ ਬਿਲਕੁਲ ਹਵਾਲੇ ਮਿਲਦੇ ਆ ਸਾਨੂੰ, ਅਕਬਰ ਦੇ ਵੇਲੇ ਦਾ ਵੀ ਅਕਬਰ ਦਾ ਮਿਲਦਾ ਹੈ, ਜਹਾਂਗੀਰ ਦੇ, ਸ਼ਾਹਜਹਾਂ ਦੇ, ਵੀ ਅਸੀਂ ਇੱਥੇ ਠਹਿਰੇ ਹਾਂ। ਦੀਵਾਨ ਟੋਡਰਮਲ ਦੀ ਹਵੇਲੀ ਦੇ ਦੋ ਹਿੱਸੇ ਨੇ। ਦੋਵਾਂ ਹਿੱਸਿਆਂ ਵਿਚਕਾਰ 18 ਫੁੱਟ ਚੌੜੀ ਥਾਂ ਹੈ, ਜੋ ਕਿ 36 ਹੋਈ ਸੀ।
ਇਹ 45 ਕੁ ਫੁੱਟ ਦੇ ਕਰੀਬ ਲੰਬੀ ਸੀ, ਜੋ ਕਿ ਹਵੇਲੀ ਦੇ ਦੋਵਾਂ ਹਿੱਸਿਆਂ ਨੂੰ ਜੋੜਦੀ ਸੀ। ਇਸ ਦੇ ਸਾਹਮਣੇ ਹੀ ਉੱਤਰ ਦਿਸ਼ਾ ਵੱਲ ਇੱਕ ਹੌਦ ਬਣਿਆ ਹੋਇਆ ਹੈ, ਜਿਸ ਚੋਂ ਪਾਈਪਾਂ ਰਾਹੀਂ ਸਾਰੀ ਹਵੇਲੀ ਨੂੰ ਪਾਣੀ ਭੇਜਿਆ ਜਾਂਦਾ ਸੀ। ਇਹ ਹਵੇਲੀ ਘੱਟੋ ਘੱਟ 350 ਸਾਲ ਪੁਰਾਣੀ ਹੈ। ਇਹ ਹਵੇਲੀ ਭਾਵੇਂ ਅੱਜ ਖੰਡਰ ਬਣ ਗਈ ਹੈ, ਪਰ ਇਸ ਦੀ ਇਮਾਰਤ ਸਾਜੀ ਅੱਜ ਵੀ ਵੇਖਣ ਵਾਲਿਆਂ ਨੂੰ ਸਮੇਂ 'ਚ ਲੈ ਜਾਂਦੀ ਹੈ, ਜਦੋਂ ਸਰਹੰਦ ਦੇ ਤਖਤ 'ਤੇ ਬੈਠਣ ਵਾਲਿਆਂ ਨੂੰ ਤਖਤਿਆਂ 'ਤੇ ਬੈਠਣਾ ਵੀ ਨਸੀਬ ਨਾ ਹੋਇਆ। ਮਤਲਬ ਸਰਕਾਰਾਂ ਦਾ ਕੋਈ ਖਿਆਲ ਨਹੀਂ। ਇਸ ਵੇਲੇ ਲਗਭਗ ਸਰਕਾਰ ਨੇ ਤਾਂ ਪੱਲਾ ਹੀ ਛੁਡਾ ਲਿਆ ਇਹਨਾਂ ਤੋਂ। ਡਿਪਾਰਟਮੈਂਟ ਹੌਲੇ ਹੌਲੇ ਬੰਦ ਹੀ ਹੋ ਰਿਹਾ ਹੈ। ਜੋ ਆਰਕੀਓਲੋਜੀ ਡਿਪਾਰਟਮੈਂਟ ਹੁੰਦਾ ਹੈ, ਪਹਿਲੇ ਸੀਗਾ ਪੰਜਾਬ ਦਾ, ਲੇਕਿਨ ਹੁਣ ਉਹਦੇ 'ਚ ਕੋਈ ਨਹੀਂ ਹੈ। ਬਸ ਉਹ 2 PN ਅਤੇ 2-4 ਕਲਰਕ ਬੈਠੇ ਨੇ। ਕੋਈ ਆਰਕੀਓਲੋਜਿਸਟ ਹੁੰਦਾ, ਕੰਜ਼ਰਵੇਟਰ ਹੁੰਦਾ, ਸਾਰਾ ਕੁਝ ਹੁੰਦੇ ਨੇ ਸੀ ਪਹਿਲੇ ਸੀਗੇ ਮੈਂ ਜਦੋਂ ਕੰਮ ਸ਼ੁਰੂ ਕੀਤਾ, ਲੇਕਿਨ ਬਾਅਦ ਦੇ ਵਿੱਚ ਹੁਣ ਪਤਾ ਲੱਗਦਾ ਕਿ ਕੋਈ ਉਹ ਡਿਪਾਰਟਮੈਂਟ ਹੀ ਖਤਮ ਕਰਕੇ ਉਹ ਟੂਰਿਜ਼ਮ 'ਚ ਮਰਜ ਕਰਤਾ ਉਹਨਾਂ ਨੇ। ਹਵੇਲੀ ਦੇ ਦੂਜੇ ਭਾਗ ਦਾ ਪਹਿਲਾ ਹਿੱਸਾ ਕਾਫੀ ਹੱਦ ਤੱਕ ਢਹਿ ਚੁੱਕਿਆ। ਇਸ ਦੇ ਥੱਲੇ 5-6 ਫੁੱਟ ਡੂੰਘਾਈ ਵਿੱਚ 2-2 ਕਮਰੇ ਬਣੇ ਹੋਏ ਸਨ, ਜਿਨ੍ਹਾਂ ਦਾ ਪਤਾ ਦਿਸਦੀਆਂ ਪੁਰਾਣੀਆਂ ਡਾਟਾਂ ਤੋਂ ਲੱਗਦਾ। ਕੰਧਾਂ ਥੱਲੇ ਤੋਂ 3.5 ਫੁੱਟ ਤੇ ਉੱਪਰ ਤੋਂ 3 ਫੁੱਟ ਚੌੜੀਆਂ ਨੇ। ਇਹਨਾਂ ਧਰਤੀ ਹੇਠਲੇ ਕਮਰਿਆਂ ਨੂੰ ਸਾਂਝੀ ਕੰਧ ਵਿੱਚ ਬਣਿਆ ਡਾਟ ਵਾਲਾ ਦਰਵਾਜ਼ਾ ਆਪਸ ਵਿੱਚ ਜੋੜਦਾ ਹੈ। ਜਿਹੜੀਆਂ ਧਾਰਮਿਕ ਇਮਾਰਤਾਂ ਤਾਂ ਫਿਰ ਵੀ ਬਚ ਗਈਆਂ, ਮਕਬਰੇ ਬਚੇ ਹੋਏ ਹੈ, ਮਸਜਿਦਾਂ ਬਚੀਆਂ ਹੋਈਆਂ, ਲੇਕਿਨ ਸੈਕੂਲਰ ਇਮਾਰਤ ਕੋਈ ਨਹੀਂ ਬਚੀ ਹੋਈ। ਤਾਂ ਹੋ ਸਕਦਾ ਇਹ ਉਸੇ ਵੇਲੇ ਜੋ ਹਮਲੇ ਹੋਏ ਨੇ 18ਵੀਂ ਸਦੀ 'ਚ ਮਿਸਲਾਂ ਦੇ ਜਾਂ ਹੋਰ, ਇਹ ਉਸ ਦੌਰਾਨ ਕਿਤੇ ਢਹਿ ਗਈ ਹੋਵੇਗੀ ਜਾਂ ਖੁਦ ਆਪ ਵੀ ਡਿੱਗ ਸਕਦੀ ਹੈਗੀ ਹੈ। ਇਸ ਹਵੇਲੀ ਦੀ ਇੱਕ ਹੋਰ ਖਾਸੀਅਤ ਹੈ ਕਿ ਹਰ ਦਰਵਾਜ਼ੇ ਦੇ ਨਾਲ ਆਲੇ ਜ਼ਰੂਰ ਬਣੇ ਹੋਏ ਨੇ। ਕੰਧਾਂ ਵਿੱਚ ਲੰਮੇ ਜਾਂ ਉੱਪਰੋਂ ਗਲਾਈਦਾਰ ਆਲੇ ਵਿਖਾਈ ਦਿੰਦੇ ਨੇ। ਛੋਟੇ ਆਲੇ ਦੀਵੇ ਬੱਤੀਆਂ ਲਈ ਹੋ ਸਕਦੇ ਨੇ, ਪਰ ਵੱਡੇ ਜ਼ਰੂਰ ਕੋਈ ਚੀਜ਼ਾਂ ਰੱਖਣ ਲਈ ਬਣਾਏ ਹੋਣਗੇ। ਕੰਧਾਂ ਵਿਚਲੀਆਂ ਵੱਡੀਆਂ ਅਲਮਾਰੀਆਂ ਬਾਰੇ ਵੀ ਅੰਦਾਜ਼ਾ ਲਾਇਆ ਗਿਆ ਕਿ ਇਹ ਲੱਕੜੀ ਜਾਂ ਧਾਤ ਦੇ ਪੱਲਿਆਂ ਨਾਲ ਬੰਦ ਹੁੰਦੀਆਂ ਹੋਣਗੀਆਂ। ਦਾ ਜ਼ਿਆਦਾਤਰ ਹਿੱਸਾ ਜਿਹੜਾ ਹੈਗਾ ਹੁਣ ਟੁੱਟ ਚੁੱਕਾ ਹੈ। ਸਿਰਫ ਜਿੰਨਾ ਹਿੱਸਾ ਬਚਿਆ ਹੋਇਆ, ਜਿਹੜੀ 3 ਮੰਜ਼ਿਲਾ ਇੱਕ ਇਮਾਰਤ, ਇੱਕ ਕੋਣਾ ਉਹਦਾ ਬਚਿਆ ਹੈ, ਉਹਦੇ ਤੋਂ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਹਵੇਲੀ ਬਹੁਤ ਹੀ ਵੱਡੀ ਔਰ ਸ਼ਾਨਦਾਰ ਰਹੀ ਹੋਏਗੀ। ਔਰ ਜੇ ਇਹਦੇ ਕਿਨਾਰੇ ਕੋਈ ਪਾਣੀ ਦਾ ਸੋਰਸ ਸੀਗਾ ਤੇ ਉਹਦੇ ਵਿੱਚ ਇਹਦਾ ਜਿਹੜਾ ਪਰਛਾਵਾਂ ਪੈਂਦਾ ਹੋਏਗਾ, ਉਹਦੇ ਨਾਲ ਜੋ ਇੱਕ ਜਹਾਜ਼ ਦਾ ਇੰਪ੍ਰੈਸ਼ਨ ਆਉਂਦਾ, ਉਹਦੇ ਕਰਕੇ ਇਹਦਾ ਨਾਂ ਜਹਾਜ਼ ਹਵੇਲੀ ਪੈ ਗਿਆ। ਅੰਦਰ ਕਮਰਿਆਂ ਨੂੰ ਜਦੋਂ ਵੇਖੀਏ, ਜੋ ਕੁਝ ਕਮਰੇ ਬਚੇ ਨੇ, ਉਹਨਾਂ ਦੇ ਅੰਦਰ ਜਿਹੜੇ ਆਲੇ ਬਣੇ ਹੋਏ ਆ, ਉਹਨਾਂ ਦੇ ਵਿੱਚ ਸਮਾਨ ਰੱਖਿਆ ਜਾਂਦਾ ਹੋਏਗਾ, ਦੀਵੇ ਵਗੈਰਾ ਕੁਛ ਇੱਕ ਦੇ ਵਿੱਚ, ਬਾਕੀਆਂ 'ਚ ਹੋਰ ਸਮਾਨ। ਦੀਵਾਰ ਦੇ ਉੱਤੇ ਕਿਸ ਤਰ੍ਹਾਂ ਦਾ ਪਲਾਸਟਰ ਹੁੰਦਾ ਸੀ, ਕਿਸ ਤਰ੍ਹਾਂ ਦੀ ਪੇਂਟਿੰਗ ਕੀਤੀ ਗਈ ਸੀ, ਉਹ ਸਾਰਾ ਕੁਝ ਹੁਣ ਖਤਮ ਹੋ ਚੁੱਕਾ ਹੈ। ਲਖੌਰੀ ਇੱਟ, ਜਿਹੜੀ ਛੋਟੀ ਨਾਨਕਸ਼ਾਹੀ ਇੱਟ ਹੈ, ਉਸ ਇੱਟ ਦੀ ਬਣੀ ਹੋਈ ਇਮਾਰਤ ਹੈਗੀ ਹੈ। ਔਰ ਇਸ ਇਮਾਰਤ ਨੂੰ ਕੋਈ ਵੀ ਨੁਕਸਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਇੱਥੇ ਆਏ ਨੇ, ਉਹਨਾਂ ਵੱਲੋਂ ਨਹੀਂ ਪਹੁੰਚਾਇਆ ਗਿਆ, ਲੇਕਿਨ ਫਿਰ ਵੀ ਇਹ ਇਮਾਰਤ ਬੜੀ ਖਸਤਾ ਹਾਲਤ ਵਿੱਚ ਪਹੁੰਚ ਗਈ। ਉਹਦਾ ਕਾਰਨ ਇਹ ਹੈ ਕਿ ਇਹਦੀ ਦੇਖ ਰੇਖ ਉਸ ਤਰੀਕੇ ਨਾਲ ਨਹੀਂ ਕੀਤੀ ਗਈ ਜਿਸ ਤਰੀਕੇ ਨਾਲ ਇਮਾਰਤਾਂ ਦੀ ਹੋਣੀ ਚਾਹੀਦੀ ਹੈ। ਤੀਜੀ ਮੰਜ਼ਲ ਵਿੱਚ ਚਾਰੇ ਪਾਸੇ ਝਰੋਖੇ ਨੇ। ਕਮਰੇ ਉੱਤੇ ਪੁਰਾਤਨ ਗੁੰਬਦ ਜਿਉਂ ਦਾ ਤਿਉਂ ਹੈ। ਗੁੰਬਦ ਵਾਲੇ ਕਮਰੇ ਦੀ ਪੱਛਮੀ ਕੰਧ 'ਤੇ ਪੁਰਾਣੇ ਸਮੇਂ ਦਾ ਹੀ ਕਲਸ਼ ਦਾ ਚਿੱਤਰ ਬਣਿਆ ਹੋਇਆ, ਜੋ ਸਮੇਂ ਨਾਲ ਮੱਧਮਤਾ ਪੈ ਗਿਆ ਪਰ ਮਿਟਿਆ ਨਹੀਂ। ਕਿਸੇ ਇਮਾਰਤ ਉੱਤੇ ਗੁੰਬਦ ਦਾ ਹੋਣਾ ਉਸ ਦੇ ਸ਼ਾਨਾਂ ਠਾਠ ਦਾ ਪ੍ਰਤੀਕ ਮੰਨਿਆ ਜਾਂਦਾ। ਇਸ ਵਿਰਾਸਤੀ ਹਵੇਲੀ ਦੀ ਮੁਰੰਮਤ ਦਾ ਕੰਮ 29 ਅਗਸਤ 2010 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬੀਬੀ ਹਰਮਿੰਦਰ ਕੌਰ ਖਾਲਸਾ ਵਿਰਸਾ ਸੁਸਾਇਟੀ ਇੰਗਲੈਂਡ ਨੂੰ ਸੌਂਪਿਆ ਗਿਆ, ਜੋ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ ਕਰਵਾਉਣ ਲੱਗੇ, ਪਰ ਕਿਸੇ ਕਾਰਨ ਇਹ ਕੰਮ ਨਾ ਹੋ ਸਕਿਆ। ਹੁਣ ਇਸ ਦੀ ਮੁਰੰਮਤ ਹੈਰੀਟੇਜ ਕੰਜ਼ਰਵੇਸ਼ਨ ਮੈਨੇਜਮੈਂਟ ਸਰਵਿਸ ਕੰਪਨੀ ਦਿੱਲੀ ਕਰਵਾ ਰਹੀ ਹੈ ਤੇ ਇਹ ਸਾਰਾ ਕੰਮ ਸ਼੍ਰੋਮਣੀ ਕਮੇਟੀ ਦੀ ਦੇਖ ਰੇਖ ਹੇਠ ਹੋ ਰਿਹਾ ਹੈ। ਇਸ ਹਵੇਲੀ ਦੇ ਖੰਡਰ ਅੱਜ ਵੀ ਦੀਵਾਨ ਟੋਡਰਮਲ ਦੀ ਉਸ ਸ਼ਾਨੋ ਸ਼ੌਕਤ ਦੀ ਬਾਤ ਪਾਉਂਦੇ ਨੇ, ਜਿਸ ਦੀ ਕਦੇ ਸਰਹੰਦ ਤੋਂ ਲੈ ਕੇ ਦਿੱਲੀ ਲਾਹੌਰ ਤੱਕ ਚਰਚਾ ਹੁੰਦੀ ਸੀ। ਜਿੱਥੇ ਚੜ੍ਹਦੇ ਸੂਰਜ ਦੀਆਂ ਕਿਰਨਾਂ ਜਦੋਂ ਹਵੇਲੀ ਦੇ ਮਨਾਰਿਆਂ 'ਤੇ ਪੈਂਦੀਆਂ ਸਨ, ਤਾਂ ਉਹਨਾਂ ਦੀਆਂ ਲਿਸ਼ਕੋਆਂ ਨਿਮਾਣਿਆਂ ਨਤਾਣਿਆਂ ਨੂੰ ਕਿਸੇ ਅਰਮਾਨਾਂ ਭਰੀ ਦੁਨੀਆ ਦਾ ਰਾਹ ਦਰਸਾਉਂਦੀਆਂ ਸਨ। ਇਸ ਦੁਨੀਆ ਤੋਂ ਜਾਣਾ ਤਾਂ ਸਭ ਨੇ ਹੈ, ਪਰ ਕਈ ਦੀਵਾਨ ਟੋਡਰਮਲ ਵਰਗੇ ਹੁੰਦੇ ਨੇ ਜਿਹੜੇ ਇਤਿਹਾਸ ਨੂੰ ਦੱਸ ਕੇ ਜਾਂਦੇ ਨੇ ਕਿ ਕਈ ਤਖਤ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ 'ਤੇ ਬੈਠਣ ਲਈ ਦੌਲਤ ਨਹੀਂ ਚਾਹੀਦੀ, ਸਗੋਂ ਸਮੇਂ ਦੀ ਕਿਸੇ ਕਾਲ ਹਨੇਰੀ ਨੂੰ ਠੱਲਣ ਲਈ
ਦੌਲਤ ਵਾਰਨ ਦਾ ਜਿਗਰਾ ਚਾਹੀਦਾ ਹੁੰਦਾ। ਸ਼ਾਹ ਮੁਹੰਮਦ ਨੇ ਕਿੰਨਾ ਸੱਚ ਕਿਹਾ, ਇੱਥੇ ਆਇਆਂ ਨੂੰ ਦੁਨੀਆ ਮੋਹ ਲੈਂਦੀ, ਦਗੇਬਾਜ਼ ਦਾ ਧਾਰ ਕੇ ਭੇਸ ਮੀਆਂ। ਸਦਾ ਨਹੀਂ ਜੇ ਦੌਲਤਾਂ ਐਸ਼ ਮਾਪੇ, ਸਦਾ ਨਹੀਂ ਜੇ ਰਾਜਿਆ ਦੇਸ ਮੀਆਂ। ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆ, ਸਦਾ ਰਹਿਣੇ ਨਾ ਕਾਲੜੇ ਕੇਸ ਮੀਆਂ। ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਮ੍ਰਿਤਕ ਦੇਹਾਂ ਨੂੰ ਰੋਲਣ ਦੇ ਲਈ, ਉਹਨਾਂ ਦੀ ਬੇਅਦਬੀ ਕਰਨ ਦੇ ਲਈ, ਉਹਨਾਂ ਦਾ ਸੰਸਕਾਰ ਕਰਨ ਲਈ ਥਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਔਰ ਜਦੋਂ ਦੀਵਾਨ ਟੋਡਰਮੱਲ ਦੇ ਅਤੇ ਮੋਤੀ ਰਾਮ ਮਹਿਰਾ ਜੀ ਨੇ ਇਸ ਸੰਬੰਧ ਵਿੱਚ ਚਾਰਾਜੋਈ ਕੀਤੀ ਤਾਂ ਵਜ਼ੀਰ ਖਾਨ ਨੇ ਵੱਡਾ ਅੜਿੱਕਾ ਡਾਹੁੰਦਿਆਂ ਇਹ ਸ਼ਰਤ ਰੱਖੀ ਕਿ ਜਿੰਨੀ ਥਾਂ ਸੰਸਕਾਰ ਲਈ ਲੋੜੀਂਦੀ ਹੈ ਉਨੀ ਥਾਂ ਦੇ ਉੱਤੇ ਮੋਹਰਾਂ ਵਿਛਾ ਕੇ ਇਹ ਥਾਂ ਦਿੱਤੀ ਜਾ ਸਕਦੀ ਹੈ। ਤਾਂ ਦੀਵਾਨ ਟੋਡਰਮੱਲ ਹੋਰਾਂ ਨੇ ਕੁਰਬਾਨੀ ਕਰਦਿਆਂ, ਤਿਆਗ ਕਰਦਿਆਂ ਜਿਸ ਥਾਂ ਦੇ ਉੱਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਉਹ ਥਾਂ ਮੋਹਰਾਂ ਵਿਛਾ ਕੇ, ਖੜੇ ਦਾ ਮੋਹਰਾਂ ਵਿਛਾ ਕੇ ਖਰੀਦੀ ਸੀ। ਤੋ ਇਵੇਂ ਦੀਵਾਨ ਟੋਡਰਮੱਲ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਧਰਤੀ ਖਰੀਦਣ ਵਾਲੇ ਪਹਿਲੇ ਮਨੁੱਖ ਸਨ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਬਹੁਤ ਮਹਿੰਗੇ ਮੁੱਲ ਦੇ ਉੱਤੇ ਧਰਤੀ ਖਰੀਦੀ ਸੀ।